ਨਿਊਜ਼ 18 ਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਮੈਂਬਰ ਪਾਰਲੀਮੈਂਟ ਜੁੜੇ ਨੇ। ਬਿੱਟੂ ਸਾਹਿਬ, ਅਮਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਖਾਲਿਸਤਾਨੀ ਐਕਟੀਵਿਟੀ ਵੱਧ ਰਹੀ ਹੈ, ਹੁਣ ਭਾਰਤੀ ਦੂਤਾਵਾਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਹਤ ਦੀ ਗੱਲ ਹੈ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਲੇਕਿਨ ਕਿਸ ਤਰੀਕੇ ਨਾਲ ਇਸ ਘਟਨਾ ਨੂੰ ਦੇਖਦੇ ਹੋ? पंकज, ये लोग ने जिहड़े इस वेले मैं हैरान हो गया भी इन्हां नूं इन्नी खुली छुट्टी दित्ती है जी। जिहड़े देश हेलो माइक बिल्कुल हेलो किते ना आ जी, रही आ रही आवाज आ रही है। पंकज, ये जिहड़ी हैरानगी दी गल आ भी इस तरीके नाल ये देश अपने आप च जिहड़े दुनिया दे ताकतवर देश कहाउंदे अपने आप नूं, इन्हां दीयां अंबैसियां दे इन साडीਆਂ ਅੰਬੈਸੀਆਂ ਇਹਨਾਂ ਦੇ ਦੇਸ਼ਾਂ ਦੇ ਵਿੱਚ ਇਹ ਜਿਹੜੇ ਬਿਲਕੁਲ ਹੀ ਕਮਜ਼ੋਰ ਲੋਕ ਨੇ, ਜਿਨ੍ਹਾਂ ਦੇ ਪੱਲੇ ਕੁਝ ਨਹੀਂਗਾ, ਉਰੇ ਆਪਣੇ ਦੇਸ਼ ਦੇ ਵਿੱਚੋਂ ਇਹ ਭਗੌੜੇ ਲੋਕ ਨੇ, ਭੱਜੇ ਹੋਏ ਲੋਕ ਨੇ, ਜਿਵੇਂ ਕ੍ਰਿਮੀਨਲ ਨੇ, ਗੈਂਗਸਟਰ ਨੇ, ਜਿਵੇਂ ਉਸ ਤਰੀਕੇ ਦੇ ਹੀ ਆ ਨਾ ਜੀ ਇਹ ਜਗ੍ਹਾ ਸਾਡੇ ਅੰਬੈਸੀਆਂ 'ਚ ਇਹੋ ਜਿਹੀ ਗੱਲ ਹੋ ਜੇ, ਮੈਂ ਸਿੱਧੀ ਗੱਲ ਕਹੂੰਗਾ, ਮੈਂ ਇੱਕ ਬਹੁਤ ਇਸ ਗੱਲ 'ਚ ਦੁਖੀ ਹਾਂ ਤੇ ਦੇਸ਼ ਭਗਤਾਂ ਸੀ ਅਸੀਂ ਆਪਣੇ ਪਰਿਵਾਰਾਂ ਦੀ ਜਾਨ ਗਵਾਈ ਆ। ਇਹ ਇਹੋ ਜਿਹੀ ਗੱਲ ਨਹੀਂ ਕਰਨਗੇ ਤੇ ਇਹਨਾਂ ਦੀਆਂ ਅੰਬੈਸੀਆਂ ਵੀ ਦਿੱਲੀ 'ਚ ਨਹੀਂ ਜੀ। ਇਹ ਮੈਂ ਇਹ ਨਹੀਂ ਕਹਿੰਦਾ ਬਈ ਅਸੀਂ ਸਾਨੂੰ ਗਾਂਧੀ ਜੀ ਦਾ ਦੇਸ਼ ਆ, ਪਰ ਅਸੀਂ ਮੂੰਹ ਤੇ ਭਗਤ ਸਿੰਘ ਦਾ ਵੀ ਦੇਸ਼ ਆ ਇਹ ਜੀ। ਮੈਂ ਇਹ ਗੱਲਾਂ ਅੰਬੈਸੀਆਂ ਨਹੀਂ, ਅਸੀਂ ਇਹਨਾਂ ਦੀ ਪਾਰਲੀਮੈਂਟ ਤੱਕ ਵੀ ਪਹੁੰਚਾਂਗੇ। ਫਿਰ ਜੇ ਇਹੋ ਜਿਹੀ ਗੱਲ ਯਾਦ ਕਰਾਉਣ, ਦੁਬਾਰਾ ਗੱਲਾਂ ਇਹਨਾਂ ਨੂੰ ਯਾਦ ਕਰਾਵਾਂਗੇ ਦੇਸ਼ ਦੀਆਂ। ਬਿੱਟੂ ਸਾਹਿਬ, ਇਸ ਦੇ ਪਿੱਛੇ ਕੌਣ ਲੱਗਦਾ, ਕੌਣ ਇਸ ਤਰੀਕੇ ਨਾਲ, ਕਿਉਂਕਿ ਪੰਜਾਬ 'ਚ ਕੋਈ ਵੀ ਸਿੱਖ ਨਹੀਂ ਚਾਹੁੰਦਾ ਕਿ ਅਮਨ ਸ਼ਾਂਤੀ ਖਰਾਬ ਹੋਵੇ, ਜਾਂ ਨਾ ਹਿੰਦੂ ਚਾਹੁੰਦਾ, ਨਾ ਕੋਈ ਵੀ ਇੱਕ, ਕਿਉਂਕਿ ਸਾਂਝਾ ਸਾਰਿਆਂ ਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਲੇਕਿਨ ਇੱਥੇ ਇਸ ਤਰੀਕੇ ਦੀ ਘਟਨਾ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ, ਅਮਰੀਕਾ ਦੇ ਵਿੱਚ ਜੋ ਕੁਝ ਹੋਇਆ? ਪੰਕਜ, ਗਦਾਰ ਹਮੇਸ਼ਾ ਹੀ ਰਹੇ ਨੇ, ਹਰ ਕੌਮ 'ਚ ਰਹੇ ਨੇ ਗਦਾਰ। ਇਹ ਕਿਉਂਕਿ ਸਿੱਖ ਆ ਜਿਹੜਾ, ਖਾਸ ਤੌਰ ਤੇ ਪੰਜਾਬੀ ਆ ਜਿਹੜੇ, ਉਹ ਅੱਜ ਬਾਹਰਲੇ ਦੇਸ਼ਾਂ 'ਚ ਰਾਜ ਕਰ ਰਹੇ ਆ। ਅੱਜ ਉਹ ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਨਾਂ ਬਣਾ ਲਿਆ। ਉਹਨਾਂ ਨੇ MP, ਮੰਤਰੀ, ਉੱਥੇ ਦੇ ਚੀਫ ਮਿਨਿਸਟਰ, ਉੱਥੇ ਦੇ ਪ੍ਰੀਮੀਅਰ, ਉੱਥੇ ਦੇ ਗਵਰਨਰ, ਉੱਥੇ ਦੇ ਮੇਅਰ ਬਣ ਰਹੇ ਨੇ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਵੀ ਫਿਕਰ ਆ ਵੀ ਇਹ ਕਮਿਊਨਿਟੀ ਸਾਡੇ ਦੇਸ਼ਾਂ 'ਚ ਇੱਕ ਕੱਲਾ ਇੰਡੀਆ ਦੇ ਕਰਕੇ ਨਹੀਂ ਕਰਦੇ ਉਹ। ਇਹ ਜਿਹੜੇ ਹਿੰਦੁਸਤਾਨੀ ਨੇ, ਜਿਹੜੇ ਪੰਜਾਬੀ ਨੇ, ਇਹਨਾਂ ਨੇ ਹਰ ਦੇਸ਼ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਆ। ਉਹ ਜਦੋਂ ਆਪਣੇ ਕੰਟਰੀ ਦੇ ਪੰਜਾਬੀ ਜਿਹੜੇ ਲੋਕ ਨੇ ਉਹ ਉੱਥੇ ਰਾਜ ਕਰਨ ਲੱਗ ਗਏ। ਤੁਸੀਂ ਦੇਖੋ ਨਾ, ਇੰਗਲੈਂਡ ਤੱਕ ਤਾਂ ਪ੍ਰਾਈਮ ਮਿਨਿਸਟਰ ਤੱਕ ਬਣ ਗਏ ਨੇ। ਅੱਜ ਵਾਈਸ ਪ੍ਰੈਜ਼ੀਡੈਂਟ ਵੀ ਜਿਹੜੀ ਆ ਉਹ ਵੀ ਸਾਡੀ ਅਮਰੀਕਾ ਦੇ ਵਿੱਚ। ਤੇ ਕਿਤੇ ਨਾ ਕਿਤੇ ਉਸ ਚੀਜ਼ ਨੂੰ, ਉਹਨਾਂ ਨੂੰ ਉਹ ਗੱਲ ਚੁੱਭ ਰਹੀ ਆ ਕਿ ਜਿਹੜੇ ਗੰਦੇ ਆਂਡੇ ਹੁੰਦੇ ਆ ਨਾ, ਇੱਕ ਗੰਦਾ ਆਂਡਾ ਹੋਵੇ ਉਹ ਸਭ ਨੂੰ ਖਰਾਬ ਕਰ ਦਿੰਦਾ ਏ। ਇਹ ਜਿਹੜੇ ਗੰਦੇ ਆਂਡੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਏ। ਇਕੱਲਾ ਖਾਲਿਸਤਾਨ ਦੀ ਗੱਲ ਨਹੀਂ ਗੀ ਇਹਦੇ ਪਿੱਛੇ ਗੱਲ ਇਹ ਆ ਵੀ ਉਹ ਮੁਲਕ ਘਬਰਾਏ ਹੋਏ ਨੇ, ਜਿਹੜੇ ਅੰਦਰ ਗੋਰੇ ਬੈਠੇ ਨੇ, ਹੋਰ ਵੱਡੇ ਬੈਠੇ ਨੇ, ਉਹ ਇਸ ਗੱਲ ਤੋਂ ਡਰਦੇ ਆ ਵੀ ਇਹ ਹਿੰਦੁਸਤਾਨੀ ਤੇ ਖਾਸ ਤੌਰ ਤੇ ਪੰਜਾਬੀ ਸਾਡੇ ਦੇਸ਼ਾਂ ਤੇ ਰਾਜ ਕਰਨ ਲੱਗ ਗਏ ਤੇ ਉਹ ਆਪਣੇ ਹੀ ਗੰਦੇ ਆਂਡਿਆਂ ਤੋਂ ਇਹੋ ਜਿਹੇ ਕੰਮ ਲੈਂਦੇ ਆ। ਲੇਕਿਨ ਤੁਹਾਨੂੰ ਨਹੀਂ ਲੱਗਦਾ ਇਸ ਦੇ ਨਾਲ ਜਿਹੜੇ ਆਮ ਪੰਜਾਬੀ ਹੈ ਉਸ ਦੀ ਇਮੇਜ ਤੇ ਇੱਕ ਵੱਡਾ ਅਸਰ ਪਏਗਾ ਅਮਰੀਕਾ ਦੇ ਵਿੱਚ? ਹਾਂ, ਉਹਨਾਂ ਨੂੰ ਬੈਡ ਨੇਮ ਦੇਣ ਲਈ, ਉਹਨਾਂ ਨੂੰ ਬਦਨਾਮੀ ਦੇਣ ਲਈ ਇਹ ਕੰਮ ਕੀਤਾ ਜਾਂਦਾ ਏ। ਇਹ ਗੱਲ ਕੱਲੀ ਖਾਲਿਸਤਾਨ ਦੀ ਬਣਾ ਦਿੰਦੇ ਆ। ਉਹ ਗੱਲ ਨਹੀਂ ਗੀ ਪਿੱਛੇ। ਗੱਲ ਪਿੱਛੇ ਇਹ ਆ ਵੀ ਜਿਹੜੇ ਪੰਜਾਬੀ ਉੱਥੇ ਅੱਜ ਬਿਜ਼ਨਸ ਤੇ ਰਾਜ ਕਰਨ ਲੱਗ ਗਏ। ਅੱਜ ਜਦੋਂ ਦਾ ਚਾਈਨਾ ਕੋਵਿਡ ਤੋਂ ਬਾਅਦ ਪਿੱਛੇ ਗਿਆ ਤਾਂ ਸਾਰਾ ਕੁਛ ਹੀ, ਸਾਰਾ ਇੰਡੀਆ ਦੇ ਹੱਥ ਆ ਗਿਆ ਸਾਰਾ ਕੁਛ। ਉਦੋਂ ਬਾਅਦ ਦੁਨੀਆ ਦਾ ਇੰਪੋਰਟ ਤੇ ਪੰਜਾਬੀਆਂ ਦੇ ਹੱਥ ਆ ਗਿਆ ਬਾਹਰ। ਸਾਰੀ ਤਾਕਤ ਜਿੰਨੀ ਵੀ ਚੀਨੀਆਂ ਦੇ ਕੋਲ ਸੀ ਉਹਨੂੰ ਖਤਮ ਕਰਕੇ ਸਾਰੇ ਜਿਹੜੇ ਬਾਕੀ ਉੱਥੇ ਦੇ ਲੋਕ ਨੇ ਉਹ ਪ੍ਰਮੋਟ ਕਰਨ ਲੱਗੇ ਇੰਡੀਆ ਨੂੰ। ਲੇਕਿਨ ਬਿੱਟੂ ਸਾਹਿਬ, ਇਹਨਾਂ ਅਜਿਹੇ ਲੋਕਾਂ ਦੇ ਉੱਤੇ ਨੱਥ ਕਿਵੇਂ ਪਾਈ ਜਾ ਸਕਦੀ ਹੈ? ਕਿਉਂਕਿ ਲਗਾਤਾਰ ਕਦੀ ਇੰਗਲੈਂਡ ਦੇ ਵਿੱਚ, ਕਦੀ ਆਸਟ੍ਰੇਲੀਆ ਦੇ ਵਿੱਚ, ਕਦੀ ਅਮਰੀਕਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸ ਤਰੀਕੇ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਪਿਛਲੇ 1-1.5 ਸਾਲ ਦੇ ਵਿੱਚ ਦੇਖਿਆ ਜਾਵੇ। ਦੇਖੋ, ਜਿਹੜਾ ਆਮ ਕਹਾਵਤ ਆ ਨਾ ਵੀ ਜਿਹੜਾ ਡੰਡੇ ਦਾ ਅਸਰ ਹੁੰਦਾ ਨਾ, ਉਹਨੇ ਨਹੀਂ ਮੰਨਣਾ ਹੁੰਦਾ। ਉਹ ਆਦੀ ਇਹ ਚੀਜ਼ਾਂ ਦਾ ਹੁੰਦਾ ਆ। ਪਿੱਛੇ ਠੀਕ ਆ, ਅਸੀਂ ਗੱਲਾਂ ਕਈ ਨਹੀਂ, ਇਹ ਗੱਲਾਂ ਮੈਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗੱਲਾਂ ਇੱਕ ਜੰਗ ਹੁੰਦੀ ਆ, ਉਹਦੇ ਵਿੱਚ ਪਿੱਛੇ 3-4 ਇਹਨਾਂ ਦੇ ਜਿਹੜੇ ਆ ਉਹ ਮਾਰੇ ਗਏ ਨੇ। ਉਸ ਤਰੀਕੇ ਨਾਲ ਬੜੀ ਸਖਤੀ ਨਾਲ ਪਹਿਲਾਂ ਤਾਂ ਇੱਥੇ ਐਮਬੈਸੀਆਂ ਜਿਹੜੀਆਂ ਇਹਨਾਂ ਦਾ ਹਿਸਾਬ ਕਰਨਾ ਚਾਹੀਦਾ ਹੈ। ਇਹ ਬੋਲ ਜਾਣਗੇ ਉੱਥੇ, ਇੱਥੇ ਅਸੀਂ ਰਿਟੈਲੀਏਟ ਕਰਾਂਗੇ,
ਅਸੀਂ ਜੀ। ਇਹਨਾਂ ਦਾ ਮੂੰਹ ਤੋੜ ਜਵਾਬ ਦਵਾਂਗੇ, ਇਹ ਉੱਥੇ ਇਹਨਾਂ ਨੂੰ ਆਪਣੇ ਆਪ ਟਿਕਾ ਕੇ ਰੱਖਣਗੇ, ਕਿਉਂਕਿ ਇਹ ਇਹਨਾਂ ਦੇ ਬੰਦੇ ਆ। ਮੈਂ ਕਈ ਚੈਨਲਾਂ ਦੇ ਉੱਤੇ, ਤੁਹਾਡੇ ਚੈਨਲ ਤੇ, ਹੋਰ ਮੈਂ ਬੜੇ ਨੈਸ਼ਨਲ ਚੈਨਲਸ ਤੇ, ਇੰਟਰਨੈਸ਼ਨਲ ਚੈਨਲਸ ਤੇ ਅੱਜ ਇਹ ਗੱਲ ਚੱਲ ਰਹੀ ਆ ਤੇ ਸਾਡੀ ਕੰਟਰੀ ਨੂੰ, ਸਾਡੇ ਦੇਸ਼ ਨੂੰ ਬਹੁਤ ਸਖਤੀ ਨਾਲ ਲੈਣਾ ਚਾਹੀਦਾ। ਨਹੀਂ, ਇਹਨਾਂ ਨੂੰ ਐਮਬੈਸੀਆਂ ਦੇ ਉਰੇ ਬੰਦਿਆਂ ਨੂੰ ਕਹਿ ਦੇਣਾ ਚਾਹੀਦਾ ਵੀ ਬੰਦ ਕਰੋ। ਜੇ ਸਾਡੇ ਦੇਸ਼ ਦੇ ਉੱਤੇ ਇਹੋ ਜਿਹਾ ਹੋ ਰਿਹਾ ਤਾਂ ਇੱਥੇ ਦੇ ਇਹਨਾਂ ਦੀ ਐਮਬੈਸੀ ਦਿੱਲੀ ਦੇ ਵਿੱਚ ਨੇ ਜਾਂ ਜਿੱਥੇ ਵੀ ਨੇ, ਇਹਨਾਂ ਨੂੰ ਬੰਦ ਕਰਕੇ ਤਾਲੇ ਲਾ ਕੇ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਚਲੋ ਆਪਣੇ ਦੇਸ਼। ਸਾਨੂੰ ਜੇ ਲੋੜ ਆ, ਅੱਜ ਬਰਾਬਰ ਦੀ ਲੋੜ ਇਹਨਾਂ ਨੂੰ ਆ ਜੀ। ਉਹ ਦੇਸ਼ ਨਹੀਂ ਗਾ ਹੁਣ ਸਾਡਾ ਜੀ। इंडियन काउंसलेट सैन फ्रांसिस्को में जो आगजनी करने की कोशिश की गई, हम उसकी कड़े शब्दों में निंदा करते हैं। ये वो लोग हैं जो भारत के और सिखों के ही दुश्मन बन बैठे हैं। काउंसलेट जो है वो एक आशा की किरण होता है अपने लोगों के लिए, वो एक सहायता का केंद्र होता है अपने लोगों के लिए। और जिस कारण ये मैसेज दिया जाने की कोशिश कर रही है, कल कैनेडियन एम्बेसडर और उनके डिप्लोमेट्स के साथ जिस तरह से उनकी फ़ोटो डालकर उनको टारगेट बनाया जा रहा है और ये कहा जा रहा है कि कनाडा के अंदर एक सिख का कत्लेआम में स्टेट का हाथ है, ये पूरी तरह से गलत है। भारत स्टेट सिखों की जान बचाने में विश्वास रखता है। भारत ये वो मुल्क है जिसने अफगानिस्तान और पाकिस्तान में फंसे हुए सिख, अफगानिस्तान नेशनलिस्ट थे, उनका कोई भारत से नहीं था, लेकिन मूल तौर पर भारत उनका धर्म था। इसलिए सिख धर्म के नाते भारत के प्रधानमंत्री ने बहुत बड़ा रिस्क लेकर अपने जहाज भेजकर उनको बाहर निकाला। भारत सिखों को बचाने में विश्वास रखता है, ना कि उनका नुकसान पहुंचाने में। इसलिए ये जो लोग कर रहे हैं, ये भारत के भी दुश्मन हैं, सिखों के भी दुश्मन हैं और ये ISI की हालतों में खेलने वाले लोग हैं। मैं विदेशों में बैठे सिखों से आग्रह करता हूं, ऐसे लोगों को आइडेंटिफाई किया जाए और उनके खिलाफ कार्रवाई होनी चाहिए। उधर भारत दे विच कैनेडियन हाई कमिश्नर नूं तलब किया गया है। कैनेडा दे विच भारतीय डिप्लोमैट्स नूं धमकियां मिल रही हैं, उस मामले दे विच तलब किया गया है। खालिस्तान समर्थक धमकियां वालियां पोस्टां शेयर कर रहे ने, जानों मारन दीयां धमकियां दित्तियां जा रही ने, खालिस्तानी हरदीप निज्जर दी मौत दा बदला लैण दीयां धमकियां दित्तियां जा रही ने। दरअसल अतवादी जथेबंदी SFJ अजिहे कई पोस्टर शेयर कर रही है जिस दे विच हरदीप निज्जर दी मौत नूं लैके भारतीय डिप्लोमैट्स नूं धमकियां दित्तियां जा रही ने। भारत नूं भारतीय डिप्लोमैट्स नूं जिम्मेवार ठहरा के उन्हां दीयां तस्वीरां लगा के पोस्टर शेयर किए जा रहे हैं। कैनेडा दे विच भारतीय डिप्लोमैट्स नूं धमकियां मिल रही ने, जानों मारन दीयां धमकियां दित्तियां जा रही ने ते इस मामले दे विच भारत दे विच कैनेडियन हाई कमिश्नर नूं तलब किया गया है। शैलेंद्र वांगू मेरे सहयोगी फोन लाइन से जुड़े ने दिल्ली तो। शैलेंद्र, क्या कुछ पूरी जानकारी? देखिए, खालिस्तानी समर्थकों की जो गतिविधियां हैं वो लगातार तेज हो रही हैं, चाहे ऑस्ट्रेलिया हो, UK, अमेरिका, कनाडा, यहाँ पर लगातार उनकी गतिविधियां तेज हो रही हैं। और जब से एक खालिस्तान टाइगर फोर्स के जो मुखिया की जब से किलिंग हुई है, तब से वो लगातार भारतीय कॉन्सुलेट्स को और भारतीय डिप्लोमेट्स को टारगेट कर रहे हैं। ताज़ा मामला जो है वो कनाडा का है, जहां पर इंडियन हाई कमिश्नर और कॉन्सुल जनरल की तस्वीरें जारी की गई हैं और 8 जुलाई को वहां पे प्रोटेस्ट होने वाला, उससे पहले जो पोस्टर्स जारी किए गए हैं उसमें इंडियन डिप्लोमेट्स की तस्वीरें शामिल की गई हैं। और ये सिर्फ कनाडा में नहीं हुआ है, ऑस्ट्रेलिया और अमेरिका में भी ऐसे ही मामले सामने आए जहां पर इंडियन डिप्लोमेट्स की तस्वीरें जारी की गई हैं, जहां पर सीधे तौर पर उनकी सुरक्षा पर सवाल अब खड़े होते हैं। जाहिर तौर पर इस पूरे मामले को लेकर भारत ने तलब किया है कनाडा के हाई कमिश्नर को कल ही यहाँ पे दिल्ली में, और उनसे इस मामले को लेकर विरोध दर्ज कराया गया है। लेकिन इसके बाद अब ऑस्ट्रेलिया और अमेरिका का भी मामला सामने आ रहा है। इन तमाम इश्यूज पर नजर बनाए हुए है भारत, और रेस्पेक्टिव कंट्रीज के साथ में इस मुद्दे को जल्द उठाया जाएगा। जी, शुक्रिया शैलेंद्र पूरी जानकारी के लिए। तो अमेरिका ऑस्ट्रेलिया दे नाल भी मुद्दा चुक्या जाएगा ते हुण कैनेडा दे हाई कमिश्नर नूं तलब किया गया है। कैनेडा दे विच भारतीय डिप्लोमैट्स नूं जानों मारन दीयां धमकियां मिल रही ने, जिस तो बाद कैनेडियन हाई कमिश्नर नूं तलब किया गया है।